अस्सलाम वालेकुम। वालेकुम सलाम जी। सर की हाल है? अल्लाह पाक दा करम है, शुक्र है मालिक दा। अच्छा लियाकत साहब, ਅੱਜ ਦੀ ਇਸ ਵੀਡੀਓ 'ਚ ਇਹੀ ਫੋਕਸ ਕਰਨਾ ਹੈ ਕਿ ਜਿਹੜੇ 10 ਬੱਕਰੇ ਨੇ ਜੀ। ਉਹ ਕਿੰਨੇ ਦੇ ਮਿਲ ਜਾਂਦੇ ਨੇ, ਉਹਨਾਂ ਤੇ ਮਹੀਨੇ ਦਾ ਕਿੰਨਾ ਖਰਚਾ ਹੁੰਦਾ ਹੈ ਤੇ ਮਹੀਨੇ ਦਾ ਕਿੰਨਾ ਪ੍ਰੋਫਿਟ ਦੇ ਜਾਂਦੇ ਨੇ। ਤੁਸੀਂ ਸਭ ਤੋਂ ਪਹਿਲੇ ਸਰ ਇਹ ਦੱਸੋ ਕਿ ਅਗਰ ਕੋਈ ਬੰਦਾ ਈਦ ਵਾਸਤੇ ਬੱਕਰੇ ਜਿਹੜਾ ਨਾ ਪਾਲਣਾ ਚਾਹੁੰਦਾ ਹੈ ਜੀ ਉਹ ਕਿਹੜੇ ਮਹੀਨੇ ਵਿੱਚ ਬੱਕਰੇ ਲਿਆਏ, ਯਾਨੀ ਈਦ ਤੋਂ ਕਿੰਨੇ ਮਹੀਨੇ ਪਹਿਲੇ ਬੱਕਰੇ ਲਏ ਤੇ ਕਿਹੜੀ ਉਮਰ ਦੇ ਲਏ ਤੇ ਉਹਦੇ ਵਾਸਤੇ ਬਿਹਤਰ ਇਹਦਾ। देखो जी, अगर कोई बंदा इन्हां नूं नवां बंदा लैना चाहता है ना, तो ਉਹਦੇ ਵਾਸਤੇ ਇਹ ਵੇ ਕਿ ਉਹ ਬੱਚੇ ਲਵੇ। ਇੱਕ ਤਾਂ ਉਹਨੂੰ ਸਸਤੇ ਮਿਲਣਦੇ, ਦੂਸਰਾ ਹੈ ਕਿ ਉਹਦਾ ਤਜਰਬਾ ਇਹਦਾ ਕਿ ਬੱਚੇ ਕਿਸ ਤਰ੍ਹਾਂ ਤਿਆਰ ਕੀਤੇ ਜਾਂਦੇ ਨੇ। ਉਹਦੇ ਇਹ ਵਿੱਚ ਉਹਨੂੰ ਪਰੇਸ਼ਾਨੀ ਵੱਡੇ ਦੀ ਵੀ ਹੋਣੀ ਹੋਣੀ ਤੇ ਛੋਟੇ ਦੀ ਵੀ ਹੋਣੀ ਹੈ। ਲੇਕਿਨ ਜਿਹੜਾ ਨਵਾਂ ਬੰਦਾ ਇੱਕ 10 ਜਾਨਵਰ ਲੈਂਦਾ ਨਾ, ਫਰਜ਼ ਕਰੋ ਉਹਨੂੰ ਛੋਟਾ ਬੱਚਾ ਲੈਦਾ ਤੇ ਉਹਨੂੰ 13-14 ਹਜ਼ਾਰ ਰੁਪਏ ਦਾ ਜਾਨਵਰ ਮਿਲੇਗਾ। ਅੱਛਾ ਨਸਲੀ ਜਾਨਵਰ ਉਸ ਇਲਾਕੇ ਵਿੱਚ ਹੁੰਦਾ, ਉੱਥੇ ਸਾਡੇ ਵਾਲਾ ਹਿਸਾਬ ਨਹੀਂ ਵੀ ਇਹ ਜਾਨਵਰ ਦੇਸੀ ਹੈ ਟੈਡੀ ਰਲਿਆ। ਉਧਰ ਦਾ ਟੈਡੀ ਜਾਨਵਰ ਵੀ ਹੋਏ ਤੇ ਸਾਡੇ ਇੱਧਰ ਵਾਲਿਆ ਦੇਸੀਆਂ ਨੂੰ ਕੱਦ-ਬੁੱਤ ਵਿੱਚ ਤਗੜਾ ਹੁੰਦਾ ਤੇ ਮਤਲਬ ਬੰਦਾ ਜੱਜਮੈਂਟ ਨਹੀਂ ਕਰਦਾ। ਨਵਾਂ ਬੰਦਾ ਕੀ ਪੁਰਾਣਾ ਬੰਦਾ ਵੀ ਨਹੀਂ ਪਛਾਣ ਸਕਦਾ ਕਿ ਇਹ ਟੈਡੀ ਹੈ। ਇਹ ਆਪਣੇ ਆਪਣੇ ਇਲਾਕੇ ਦੀ ਏਜੰਸ ਹੁੰਦੀ ਹੈ। ਅੱਛਾ ਸਰ, ਜਿਹੜਾ 13-14 ਹਜ਼ਾਰ ਵਾਲਾ ਜਾਨਵਰ ਕਹਿ ਰਹੇ ਹੋ ਉਹ ਕਿੰਨੇ ਮਾਹ ਦਾ ਹੋਏਦਾ? ਇਹ ਤਕਰੀਬਨ 5-6 ਮਹੀਨੇ ਤੱਕ ਹੋਏਗਾ। ਵਿੱਚ ਇਹ ਕੋਈ ਜ਼ਰੂਰੀ ਨਹੀਂ ਕਿ ਐਵਰੇਜ ਹੋਣਾ ਦੀ ਇਹ ਵੀ 21 ਸਾਈਜ਼ ਹੈ। ਉਹਦੇ ਵਿੱਚ ਮਤਲਬ ਕੋਈ 4 ਮਹੀਨੇ ਦਾ ਵੀ ਹੋ ਸਕਦਾ, 6 ਮਹੀਨੇ ਦਾ ਵੀ ਹੋ ਸਕਦਾ। ਅਗਰ 4 ਮਹੀਨੇ ਦਾ ਵੀ ਹੋਏ ਤਾਂ ਵੀ ਈਦ ਤੋਂ ਬਾਅਦ ਤੁਸੀਂ ਲੈਂਦੇ ਹੋ, ਮਰਬ ਤੋਂ ਪਹਿਲੇ ਲੈਂਦੇ ਹੋ ਤਾਂ ਵੀ ਤੁਹਾਡਾ 14-15 ਮਹੀਨੇ ਦਾ ਫਿਰ ਵੀ ਬਣ ਜਾਂਦਾ, ਕਿਉਂਕਿ 12 ਮਹੀਨੇ ਦੇ ਪਿੱਛੇ ਹੀ ਭੇਜ ਨੇ। ਤਾਂ 4 ਮਹੀਨੇ ਦਾ 14 ਮਹੀਨਿਆਂ ਦਾ ਹੋ ਗਿਆ ਜੀ। ਤੁਹਾਡਾ ਈਦ ਦੇ ਉੱਤੇ ਬਿਹਤਰੀਨ ਜਿਹੜਾ ਨਾ ਦੋਂਦਾ ਲੱਗ ਸਕਦਾ। ਉਹਦੇ ਵਿੱਚ ਅਗਰ ਤੁਸੀਂ ਹੁਣ ਲੈਂਦੇ ਹੋ, ਦੂਸਰੇ ਦੇ ਵਿੱਚ ਜਾ ਕੇ ਲੈਂਦੇ ਹੋ ਤਾਂ ਫਿਰ ਤੁਹਾਨੂੰ ਜਾਨਵਰ ਜਿਹੜਾ ਨਾ ਮੋਟਾ ਤਾਜ਼ਾ ਲੈਣਾ ਪਏਗਾ। ਮਤਲਬ ਉਦੋਂ ਜੇ 13-14 ਦਾ ਹੁਣ ਤੁਹਾਨੂੰ 18-19-20 ਦੇ ਹੇਠ ਵਿੱਚ ਅਗਰ ਤੁਸੀਂ 20 ਦਾ ਜਾਨਵਰ ਲੈਂਦੇ ਹੋ ਤੇ ਇਹਦੇ ਤੁਹਾਡਾ ਉਹ ਜਾਨਵਰ 60 ਦਾ ਸੇਲ ਹੋਏਗਾ ਮਾਸ਼ਾਅੱਲਾ। ਮਤਲਬ ਤੁਸੀਂ ਉਹਨੂੰ ਨਾਰਮਲ ਵੀ ਉਹਨੂੰ ਰੱਖ ਦਿਓ ਤੇ ਇਹਦੇ ਤੋਂ ਤੁਹਾਡਾ ਜਾਨਵਰ 60 ਦੀ ਐਵਰੇਜ ਜਾਏਗਾ। ਅੱਛਾ ਸਰ, ਤੁਸੀਂ ਜ਼ਿਕਰ ਕੀਤਾ ਕਿ ਉਸ ਇਲਾਕੇ ਦੇ ਜਾਨਵਰ ਅੱਛੇ ਨੇ। ਉਸ ਇਲਾਕੇ ਤੋਂ ਮੁਰਾਦ ਕਿਹੜਾ ਇਲਾਕਾ ਤੁਸੀਂ ਲੈ ਰਹੇ ਹੋ? ਮੈਂ ਬਹਾਵਲਪੁਰ ਚਿਸ਼ਤੀਆਂ ਉਸ ਇਲਾਕੇ 'ਚ ਕਿਸੇ ਇਲਾਕੇ 'ਚ ਵੀ ਚਲੇ ਜਾਓ, ਉਹਨਾਂ ਲੋਕਾਂ ਦਾ ਇਹ ਜਿਹੜਾ ਕਾਰੋਬਾਰ ਹੀ ਇਹ ਜਿਹੜਾ ਮਾੜੇ ਤੋਂ ਮਾੜਾ ਆਦਮੀ ਵੀ ਉਹਨੇ ਵੀ 10-15 ਬੱਕਰੀਆਂ ਘਰ ਰੱਖੀਆਂ ਨੇ। ਠੀਕ ਹੈ। ਤੇ ਉਹਨਾਂ ਕੋਲ ਜੂ ਵੀ ਖੁੱਲੀ ਹੈ, ਲੇਕਿਨ ਉਹ ਬਾਹਰ ਨਹੀਂ ਫੇਰਦੇ, ਉਹ ਘਰ ਹੀ ਰੱਖਦੇ ਨੇ। ਉਹਨਾਂ ਜਿੰਨਾ ਖਰਚਾ ਕਰਨਾ ਇਹਨਾਂ ਨੂੰ ਘਰ ਹੀ ਪਾਣਾ, ਘਰ ਹੀ ਉਹਨਾਂ ਨੇ ਇਹਨਾਂ ਨੂੰ ਪੱਠੇ ਪਾਣੇ ਨੇ। ਉਹਨਾਂ ਫੇਰਨਾ ਵੀ ਭਾਵੇਂ 2 ਦਿਨਾਂ ਬਾਅਦ ਫੇਰਨਾ, 3 ਦਿਨਾਂ ਬਾਅਦ ਇੱਕ ਵਾਰੀ ਕੱਢ ਕੇ ਉਹਨਾਂ ਨੂੰ ਬਾਹਰ ਫੇਰਨਾ ਟੁਰਨਾ, ਧੁੱਪ ਛੁੱਪ ਦੇ ਵਿੱਚ ਫਿਰਨ ਟੁਰਨ ਜਾਨਵਰ ਦੌੜਦੇ ਭੱਜਦੇ ਨੇ, ਖੁਸ਼ਬਾਸ਼ ਹੋਈ ਜਾਂਦੇ ਨੇ। ਇਹਦੇ ਵਾਸਤੇ ਇਹ ਵੇ ਕਿ ਅਗਰ ਸਿਆਲਕੋਟ ਵਿੱਚ ਨਹੀਂ ਜ਼ਰੂਰੀ, ਜਿਹੜੇ ਬਾਹਰ ਦੇ ਲੋਕ ਨੇ, ਦੂਸਰੇ ਇਲਾਕਿਆਂ ਦੇ ਲੋਕ ਨੇ, ਉਹਨਾਂ ਵਾਸਤੇ ਵੀ ਬਿਹਤਰ ਇਹ ਵੇ ਕਿ ਇਹਨਾਂ ਨੂੰ ਭਾਵੇਂ 8 ਦਿਨਾਂ ਬਾਅਦ ਵੀ ਫਰਾਇਆ ਜਾਏ, ਇਹਨਾਂ ਨੂੰ 2 ਘੰਟੇ 4 ਘੰਟੇ ਵਾਸਤੇ ਨਾ ਚੁਗਣ ਥੱਲੇ। ਲੇਕਿਨ ਇਹਨਾਂ ਨੂੰ ਇੱਕ ਰਨਿੰਗ ਕਰਾਉਣੀ ਚਾਹੀਦੀ, ਜਿਸ ਤਰ੍ਹਾਂ ਬੰਦਾ ਆਪ ਹੀ ਵਾਕ ਕਰਦਾ ਇਸ ਤਰ੍ਹਾਂ ਜਾਨਵਰ ਵਾਸਤੇ ਵੀ ਜਿਹੜਾ ਨਾ ਇਹ ਹੋ ਸਕੇ ਉਹਦੇ ਕੋਲ ਟਾਈਮ ਹੋਏ ਤੇ ਹਫ਼ਤੇ 'ਚ 2-3 ਦਫਾ ਵੀ ਇਹਨੂੰ ਫੇਰੇ, ਨਹੀਂ ਤੇ ਰੋਜ਼ ਫੇਰ ਸਕਦਾ, ਰੋਜ਼ ਫੇਰੇ। ਲੇਕਿਨ ਇਹਨਾਂ ਵਾਸਤੇ ਜਿਹੜਾ ਇੱਕ ਚੱਕਰ 2-3 ਮੀਲ ਦਾ ਇਹਨਾਂ ਨੂੰ ਚੱਕਰ ਲਵਾਉਣਾ ਚਾਹੀਦਾ ਜਾਨਵਰ ਦਾ। ਇੱਕ ਤੇ ਉਹਦੇ ਨਾਲ ਖੂਨ ਗਰਮ ਹੁੰਦਾ ਹੈ, ਉਹਦੀ ਤਬੀਅਤ ਸੈੱਟ ਰਹਿੰਦੀ ਹੈ, ਮਿਹਦਾ ਸੈੱਟ ਰਹਿੰਦਾ, ਜਾਨਵਰ ਜਿਹੜਾ ਨਾ ਉਹ ਮਤਲਬ ਫੁੱਲਦਾ ਨਹੀਂ। ਠੀਕ ਹੈ, ਯਾਨੀ ਚਰਾਈ ਇਹਨਾਂ ਵਾਸਤੇ ਬਿਹਤਰ ਹੈ। ਤੁਹਾਡੇ ਕਹਿਣ ਦਾ ਮਕਸਦ ਹੈ ਕਿ ਤੁਸੀਂ ਇਹ 4 ਤੋਂ 6 ਮਾਹ ਦੇ ਜਿਹੜੇ ਬੱਚੇ ਨੇ ਉਹ ਲੈ ਸਕਦੇ ਹੋ, ਜਾਂ ਤੁਸੀਂ ਇਸ ਤੋਂ ਜ਼ਿਆਦਾ 7-8 ਮਾਹ ਦੇ ਬੱਚੇ ਲੈ ਸਕਦੇ ਹੋ। ਦੇਖਣਾ ਕਿ ਈਦ ਕਿੰਨੇ ਮਹੀਨਿਆਂ ਨੂੰ ਹੈ। ਠੀਕ ਹੈ, ਯਾਨੀ ਤੁਹਾਡਾ ਜਾਨਵਰ ਈਦ ਤੇ ਲੱਗ ਜੇ। ਅਗਰ ਅਸੀਂ ਹੋਰ 3 ਮਹੀਨੇ ਠਹਿਰ ਕੇ ਜਾਂਦੇ ਹਾਂ ਤਾਂ ਅਸੀਂ ਵੇਖਣਾ ਈਦ ਪਿੱਛੇ ਰਹਿ ਗਈ 6 ਮਹੀਨੇ। ਸਾਨੂੰ ਜਾਨਵਰ 6-7 ਮਹੀਨੇ ਦਾ ਲੈਣਾ ਚਾਹੀਦਾ, 7 ਤੋਂ ਵੀ ਜ਼ਿਆਦਾ ਹੋਣਾ ਚਾਹੀਦਾ, ਕਿਉਂਕਿ 14 ਮਹੀਨੇ ਦਾ ਵੀ ਹਿਸਾਬ ਲੈਣਾ ਤੇ ਇਨਸਾਨ ਹਰ ਬੰਦੇ ਨੂੰ ਅੱਲਾਹ ਪਾਕ ਨੇ ਅਕਲ ਦਿੱਤੀ। ਬੰਦਾ ਵੇਖ ਲੈਂਦਾ ਕਿ ਯਾਰ ਜਾਨਵਰ ਮੋਟਾ ਤਾਜ਼ਾ ਵੇ, ਇਹ ਈਦ ਤੇ ਦੋਂਦਾ ਲੱਗੇ ਇਹਦਾ। ਤੇ ਤੁਸੀਂ ਇਹ ਜਾਨਵਰ ਦੀ ਕੋਸ਼ਿਸ਼ ਇਹ ਕਰਨੀ ਹੈ ਕਿ ਜਾਨਵਰ ਦਾ ਥੋੜਾ ਜਿਹਾ ਹੱਡ ਪੈਰ ਖੁੱਲੇ ਹੋਣ, ਮੋਟਾ ਹੋਏ। ਉਸ ਇਲਾਕੇ ਦਾ ਜਾਨਵਰ ਤੁਸੀਂ ਅੱਖਾਂ ਮੀਟ ਕੇ ਵੀ ਲੈ ਲਓ ਤੇ ਆਟੋਮੈਟਿਕ ਹੀ ਤੁਹਾਡਾ ਜਿਹੜਾ ਨਾ ਜੋ ਨੇ ਦੋਂਦਾ ਹੋਣ ਤੇ ਆਉਣਾ, ਉਹਨੇ 10 ਦਿਨਾਂ ਦੇ ਵਿੱਚ ਜਾਨਵਰ ਨੇ ਫੁੱਲਣਾ, ਡਬਲ ਹੋਣਾ 10 ਦਿਨਾਂ ਦੇ ਵਿੱਚ। ਅਗਰ ਉਹਦਾ 10 ਕਿਲੋ ਵਜ਼ਨ ਹੈ ਤੇ ਉਹ 20 ਕਿਲੋ ਤੇ ਜਾਏਗਾ 10-15 ਦਿਨ ਦੇ ਵਿੱਚ ਹੀ। ਠੀਕ ਹੈ। ਇਹ ਮੇਰਾ ਤੇ ਇਸੀ ਤੇ ਬੜਾ ਤਜਰਬਾ ਹੈ ਕਿ ਜਦੋਂ ਜਾਨਵਰ ਪੂਰੇ ਜ਼ੋਰ ਵਿੱਚ ਹੁੰਦਾ ਤੇ 10 ਦਿਨ ਦੇ ਬਾਅਦ ਜਾਨਵਰ ਜਿਹੜਾ ਪਹਿਚਾਣਿਆ ਨਹੀਂ ਜਾਏਗਾ। ਤੁਸੀਂ ਅੱਜ ਵੀਡੀਓ ਬਣਾ ਕੇ ਤੁਸੀਂ 10 ਦਿਨਾਂ ਬਾਅਦ ਆਉਂਦੇ ਨਾ ਕਣਕ ਦੇ, ਤੁਸੀਂ ਆਪਣੇ ਕਣਕ ਵੱਢਣੇ ਆ ਤੇ ਉਦੋਂ ਅਸੀਂ ਪੰਜਾਬੀ ਤੇ ਉਹਨੂੰ ਅਸੀਂ ਹਾੜ ਦਾ ਮਹੀਨਾ ਨੇ ਆ, ਜੇਠ ਹਾੜ। ਉਸ ਮੌਸਮ ਦੇ ਵਿੱਚ ਗਰਮੀ ਇਹ ਬੱਕਰੀ ਗਾਈ ਤੇ ਫੌਜੀ ਜਿਹੜੀ ਜਿਉਂ ਗਰਮੀ ਪਏ ਜਿਉਂ ਇਹ ਫੁੱਲਦੀ ਹੈ। ਰਹਿ ਗਿਆ ਸਿਆਲ ਦਾ ਮਸਲਾ, ਇਹਨਾਂ ਨੂੰ ਕੋਈ ਸਰਦੀ ਨਹੀਂ ਹੈ ਨਾ ਇਹ ਠੰਡ ਮਹਿਸੂਸ ਕਰ। ਜਿੱਥੇ ਜਾਨਵਰ ਇਕੱਠੇ ਡੱਕਦੇ ਉੱਥੇ ਤੁਸੀਂ ਅੰਦਰ 5 ਮਿੰਟ ਨਹੀਂ ਵਿੱਚ ਬੈਠ ਸਕਦੇ ਆਪੀ।
ਇਹਨਾਂ ਦੀ ਹੀਟ ਹੀ ਇੰਨੀ ਕੁ ਹੁੰਦੀ ਹੈ ਕਿ ਇੰਜ ਹੁੰਦਾ ਜਿਵੇਂ ਅੰਦਰ ਹੀਟਰ ਲੱਗਾ ਹੈ। ਠੀਕ ਹੈ। ਤੇ ਇਨਸ਼ਾਅੱਲਾ ਇਹ ਇਹਨਾਂ ਨੂੰ ਕੋਈ ਨਹੀਂ ਆ ਵੀ ਇਹ ਠੰਡ ਵਿੱਚ ਜਾ ਮਾਰ ਜਾਂਦੇ ਨੇ। ਸਿਰਫ ਬੱਚੇ ਜਿਹੜੇ ਨਾ, ਇਹ ਬੱਚੇ ਹੋਣ ਸਿਆਣੇ ਹੋਣ, ਰਹਿਣ ਇੱਕ ਜਗ੍ਹਾ ਦੇ ਵਿੱਚ ਇਕੱਠੇ, ਇਹ ਆਪਸ ਵਿੱਚ ਇਹਨਾਂ ਦੇ ਆਪਣੇ ਰਲ ਮਿਲ ਕੇ ਬਹਿਣ। ਗਰਮੀ ਹੋਏ ਤੇ ਤਾਂ ਵੀ ਇੱਕ ਦੂਜੇ ਦੇ ਤੇ ਅਸਰ ਲੰਮੇ ਪਏ ਹੁੰਦੇ ਨੇ। ਇਹਨਾਂ ਨੂੰ ਗਰਮੀ ਸਰਦੀ ਦਾ ਕੋਈ ਹੌਲ ਭਾਰ ਨਹੀਂ ਹੈ। ਬਾਕੀ ਇਨਸਾਨ ਦੀ ਆਪਣੀ ਸੋਚ ਹੈ, ਆਪਣੀ ਅਕਲ ਹੈ। ਇਹਨਾਂ ਨੂੰ ਜਿੰਨਾ ਵੀ ਇਹਨਾਂ ਨੂੰ ਅੱਛੀ ਖੁਰਾਕ ਹੈ ਤੇ ਅੱਛੀ ਪਾਓ। ਇਹਨਾਂ ਨੂੰ ਕਣਕ ਤੋਂ ਬਿਹਤਰ ਕੋਈ ਦੁਨੀਆ ਦੀ ਅੱਛੀ ਖੁਰਾਕ ਨਹੀਂ ਹੈ। ਇਹ ਚੀਜ਼ ਬੜਾ ਕੁਝ ਖਾਣੇ ਆ, ਇਹ ਚੀਜ਼ ਖਾ ਲਿਆ ਗੱਲ ਹੈ, ਲੇਕਿਨ ਹਰ ਚੀਜ਼ ਵਿੱਚ ਮਿਲਾਵਟ ਇਸੇ ਚੀਜ਼ ਦੀ ਹੈ। ਭਾਵੇਂ ਅਸੀਂ ਕੋਈ ਵੀ ਦੁਨੀਆ ਦੀ ਚੀਜ਼ ਖਾ ਰਹੇ ਹਾਂ ਜੀ ਜੀ। ਇਹ ਕਣਕ ਅੱਲਾਹ ਪਾਕ ਨੇ ਇੱਕ ਬੜੀ ਪਾਵਰ ਰੱਖੀ ਹੈ। ਇਹਦੇ 'ਚ ਗਰਮ ਹੀ ਹੈ, ਉਂਝ ਵੀ ਇਹ ਪਾਵਰਫੁਲ ਹੈ, ਤਾਕਤ ਵਾਲੀ ਚੀਜ਼ ਹੈ। ਤੇ ਮੇਰਾ ਤੇ ਇਸ ਚੀਜ਼ ਦੇ ਉੱਤੇ ਬੜਾ ਯਕੀਨ ਜੇ। ਅਗਰ ਕੋਈ ਬੰਦਾ ਕਰਨਾ ਚਾਹੇ ਤੇ ਮੈਂ ਤਾਬਿਆਦਾਰ ਹਾਂ। ਮੇਰਾ ਅੱਗੇ ਵੀ ਨੰਬਰ ਚੱਲਦਾ ਪਿਆ 0308 86 27 922। ਠੀਕ ਹੈ ਸਰ, ਮੈਂ ਸਕਰੀਨ ਤੇ ਵੀ ਦੇ ਦਾਂਗਾ। ਅੱਛਾ ਦੱਸਿਓ, ਤੁਸੀਂ ਜ਼ਿਕਰ ਕੀਤਾ ਹੈ ਕਿ ਨਵਾਂ ਬੰਦਾ 4 ਤੋਂ 6 ਮਾਹ ਦੇ ਬੱਚੇ ਲਈ ਉਹ 13 ਤੋਂ 14,000 ਦਾ ਮਿਲ ਜਾਏਗਾ। ਜੀ ਜੀ ਬਿਲਕੁਲ। ਫਰਜ਼ ਕੀਤਾ 13-14,000 ਐਵਰੇਜ, 10 ਬੱਚੇ ਉਹਨੂੰ 1,40,000 ਦੇ ਤੁਸੀਂ ਲਾ ਲਓ, ਉਹ 1,40,000 ਦੇ ਮਿਲਣਗੇ ਨਾ ਜੀ 10। ਉਹ ਫਿਰ ਉਹਨੂੰ ਰੱਖੇਦਾ ਤਕਰੀਬਨ ਸਾਲ ਕ ਰੱਖੇਦਾ। ਅਗਰ ਵੱਡੀ ਤੋਂ ਫੌਰਨ ਬਾਅਦ ਜਾਂ ਮਰਮ ਚ ਲੈਂਦਾ 11-12 ਮਹੀਨੇ ਤੱਕ ਰੱਖੇਦਾ। ਜੀ ਹੁਣ ਤੁਸੀਂ ਇਹ ਦੱਸੋ ਕਿ ਜਿਹੜੇ 10 ਜਾਨਵਰ ਨੇ ਉਹ ਕਿੰਨਾ ਖਰਚਾ ਕਰਾਉਂਦੇ ਉਹਦਾ ਮਹੀਨੇ ਦਾ ਜਾਂ ਰੋਜ਼ਾਨਾ ਦਾ, ਪਹਿਲੇ ਦੱਸੋ, ਫਿਰ ਅਸੀਂ ਮਹੀਨੇ ਦਾ ਹਿਸਾਬ ਲਾ ਲੈਨੇ। ਇਹ ਜ਼ਿਆਦਾ ਤੋਂ ਜ਼ਿਆਦਾ 30 ਰੁਪਏ ਜਾਨਵਰ ਖਾਂਦਾ ਘਰ ਜਿਹੜਾ ਬਾਹਰ, ਮਤਲਬ ਜਿਹਨੂੰ ਬਾਹਰ ਨਹੀਂ ਖਾਣਾ, ਉਹ 30 ਰੁਪਏ ਉਹਦੀ ਐਵਰੇਜ 24 ਘੰਟੇ ਦੀ। ਅੱਛਾ, 30 ਰੁਪਏ ਵਿੱਚ ਉਹ ਕੀ ਖਾਏਦਾ? ਮਤਲਬ ਉਹਨੂੰ ਤੁਸੀਂ ਤੂੜੀ ਪਾਉਂਦੇ ਹੋ, ਚੋਖਰ ਪਾਉਂਦੇ ਹੋ, ਮਤਲਬ ਡੰਗਰਾਂ ਦੀ ਜਿਹੜੀ ਮੋਟੀ ਤੂੜੀ ਆ ਪਾਉਂਦੇ ਹੋ, ਚੋਖਰ ਪਾਉਂਦੇ ਹੋ, ਉਹਦੇ ਵਿੱਚ ਹੋਰ ਮਜ਼ੀਦ ਕੋ ਕਰਾ ਸ਼ਰੇ ਦਾ ਛਾਣਾ ਮਾਰਦੇ ਹੋ, ਉਹਦਾ 30 ਤੋਂ 35 ਰੁਪਏ 24 ਘੰਟੇ ਦਾ ਜਿਹੜਾ ਨਾ ਉਹਦਾ ਖਰਚਾ। ਯਾਨੀ ਅਗਰ ਤੁਸੀਂ ਉਹਨੂੰ ਘਰ ਰੱਖ ਕੇ ਪਾਲਦੇ ਘਰ ਰੱਖ ਕੇ ਪਾਲਦੇ ਤੇ ਅਗਰ ਤੁਸੀਂ ਉਹਨੂੰ ਚਰਾਈ ਕਰਾਉਂਦੇ ਹੋ ਫਿਰ ਉਹਦਾ ਕਿੰਨਾ ਖਰਚਾ ਹੈ? ਫਿਰ ਉਹਦਾ ਖਰਚਾ ਕੋਈ ਨਹੀਂ ਹੈ। ਤੇ ਇਹਨਾਂ ਨੂੰ ਕੋਈ ਬਿਮਾਰੀ ਵਗੈਰਾ ਵੀ ਹੁੰਦੀ ਹੈ? ਇਹ ਮੌਸਮੀ ਟੀਕੇ ਲੱਗਦੇ ਨੇ, ਉਹ ਲਾ ਲਈਦੇ ਨੇ, ਕੋਈ ਮਸਲਾ ਨਹੀਂ। ਉਹ ਮਸਲਨ ਮੌਸਮੀ ਟੀਕੇ ਹਰ ਇਲਾਕੇ ਵਿੱਚ ਡਾਕਟਰ ਹੁਣ ਤੇ ਫ੍ਰੀ ਗੱਡੀਆਂ ਨੇ ਡਾਕਟਰਾਂ ਦੇ ਕੋਲ, ਜਿੱਥੇ ਉਹਨਾਂ ਨੂੰ ਬੁਲਾਓ ਡਾਕਟਰ ਦੌੜ ਕੇ ਆਉਂਦੇ ਨੇ। ਠੀਕ। ਉਹ ਮਸਲਨ ਇਹਨਾਂ ਦਾ ਮੈਡੀਸਨ ਸਪੈਸ਼ਲਿਸਟ ਡਾਕਟਰ ਹੁੰਦੇ ਨੇ, ਇਹਨਾਂ ਦੇ ਬੜਾ ਹਸਪੀਟਲ ਬਣੇ ਨੇ ਇਹਨਾਂ ਦੇ ਵੀ। ਠੀਕ ਹੈ। ਉਹਨਾਂ ਨਾਲ ਰਾਬਤਾ ਰੱਖੋ ਤੇ ਉਹ ਆ ਜਾਂਦੇ ਨੇ। ਨਹੀਂ ਵੀ ਤੇ ਤਾਂ ਵੀ ਆਪ ਹੀ ਪਤਾ ਟੀਕਾ ਸ਼ੀਕਾ ਲਿਆ ਕੇ ਲਾ ਲੈਂਦਾ ਕੋਈ ਨਾਰਮਲ। ਠੀਕ ਹੈ। ਯਾਨੀ ਕਿ ਅਗਰ ਘਰ ਰੱਖ ਕੇ ਪਾਲੇ ਦਾ ਤੇ ਉਹਦਾ 30-35 ਰੁਪਏ ਇੱਕ ਜਾਨਵਰ ਦਾ ਖਰਚਾ ਬਿਲਕੁਲ ਹੈ। ਆਉਂਦਾ। 10 ਜਾਨਵਰ ਅਗਰ ਹੁੰਦੇ ਤੇ ਅਗਰ ਇੱਕ ਦਾ 30 ਹੈ ਤੇ 10 ਦਾ 300 ਲਾ ਲਓ। ਹਾਂਜੀ, ਇਹ ਰੋਜ਼ਾਨਾ ਦਾ ਨਹੀਂ 300 ਨਹੀਂ ਆਉਂਦਾ ਵੀ। ਫਰਜ਼ ਕਰੋ ਇੱਕ ਤੂੜੀ ਮਾਣ ਲੈ ਆਉਂਦਾ 600 ਦੀ ਮਾਣ ਤੋੜੀ, ਉਹ 10 ਜਾਨਵਰ ਦਿਹਾੜੀ ਦੂੰ ਚ ਤੇ ਮਾਣ ਤੋੜੀ ਨਹੀਂ ਖਾ ਸਕਦੇ। ਉਹਨਾਂ ਦੇ ਜੇ ਇੱਕ ਚੋਕਰ ਦਾ ਤੋੜਾ ਪਾਏ, ਉਹ ਮੇਰੇ ਨਾਲ ਉਹਦੇ ਆਸਾਨ ਤਰੀਕੇ ਨਾਲ ਉਹਦੇ 4-5 ਦਿਨ ਉਹਦੇ ਨਿਕਲ ਜਾਂਦੇ ਨੇ ਮਾਣ ਤੋੜੀ ਨਾਲ ਤੇ ਉਹਦੇ ਨਾਲ ਚੋਕਰ ਦੇ ਤੋੜੇ ਨਾਲ। ਯਾਨੀ 10 ਜਾਨਵਰਾਂ ਦਾ ਖਰਚਾ ਹੋਰ ਕੰਮ ਆਏਦਾ। ਹਾਂਜੀ ਬਿਲਕੁਲ। ਇਹ 150 ਕਹਿ ਲਈਏ ਫਿਰ, ਆ ਤਕਰੀਬਨ ਇੱਥੇ ਲਾ ਲਓ। ਇਹ 10 ਦਾ 150 ਰੋਜ਼ਾਨਾ ਦਾ ਜੀ ਤੇ ਮਹੀਨੇ ਦਾ ਹੋ ਗਿਆ 4500। ਬਿਲਕੁਲ ਮਹੀਨੇ ਦਾ 4500 ਹੋ ਗਿਆ। ਹਾਂਜੀ। ਤੇ ਅਗਰ ਤੁਸੀਂ ਉਹਨੂੰ ਸਾਲ ਰੱਖਦੇ ਹੋ ਤੇ 4500 ਨੂੰ 12,000 ਅਰਬ ਦੇਣੀ ਪਏਗੀ। ਜੀ ਅੱਛਾ ਲਿਆਕਤ ਸਾਹਿਬ, ਯਾਨੀ ਕਿ 10 ਜਾਨਵਰਾਂ ਦਾ ਮਹੀਨੇ ਦਾ 4500 ਖਰਚਾ ਹੈ ਜੀ ਤੇ ਸਾਲ ਦਾ ਹੋ ਗਿਆ 54,000 ਹੈ। ਜੀ ਇਹ ਤੇ ਹੋ ਗਿਆ ਇਹਨਾਂ ਦਾ ਖਰਚਾ। ਤੇ ਕੋਈ ਸਾਲ ਵਿੱਚ ਮੈਡੀਸਨ ਦਾ ਕੋਈ 2-4,000 ਰੁਪਇਆ ਲੱਗ ਜਾਂਦਾ ਹੈ? ਇਹ ਲਾ ਕਰਮ ਕਰ ਅੱਲਾਹ ਪਾਕ ਮਾਫੀ ਦੇ ਤੇ ਇਹਦੇ ਵਿੱਚ ਇਹੋ ਹੀ ਹੁੰਦਾ ਕਿ ਤੁਹਾਨੂੰ ਦੱਸਿਆ ਕੋਈ 45-50,000 ਰੁਪਏ 45-50 ਰੁਪਏ ਦਾ ਟੀਕਾ ਆਉਂਦਾ ਉਹ 18 ਵਜੇ ਦਾ, ਉਹ ਇੱਕ ਹੀ ਟੀਕਾ ਵਾ ਕਾਫੀ ਇਹਨਾਂ ਵਾਸਤੇ। ਸਾਲ ਦਾ ਕਿੰਨਾ ਖਰਚਾ ਮੈਡੀਸਨ ਦਾ ਪਾ ਲਈਏ? 1000 ਤੋਂ ਪਾ ਲਈਏ? ਚਲੋ 1000 ਪਾ ਲਓ, ਲੇਕਿਨ ਲੱਗਦਾ ਨਹੀਂ ਹੈ। ਚਲੋ 1000 ਹੀ ਪਾ ਲੈਨੇ ਆ। ਹਾਂਜੀ। ਯਾਨੀ ਕਿ ਇਹੀ ਇੱਕ ਅੰਦਾਜ਼ਾ ਹੀ ਦੇਣਾ। 54 ਤੇ ਇੱਕ 55,000 ਹੋ ਗਿਆ। ਜੀ ਬਿਲਕੁਲ ਠੀਕ ਹੈ। ਤੇ ਫਰਜ਼ ਕੀਤਾ ਅਗਰ 10 ਜਾਨਵਰਾਂ ਨੂੰ ਇੱਕ ਬੰਦਾ ਸੰਭਾਲਦਾ ਪਿਆ, ਜੀ। ਇੱਕ ਬੰਦੇ ਦੀ ਅਗਰ ਅਸੀਂ ਤਨਖਾਹ ਸ਼ਾਮਲ ਕਰੀਏ ਤੇ ਇੱਕ ਬੰਦੇ ਦੀ ਮਹੀਨੇ ਦੀ ਕਿੰਨੀ ਤਨਖਾਹ ਹੈ? ਦੇਖੋ ਇਸ ਟਾਈਮ ਜਿਹੜਾ ਬੰਦਾ ਵੇ ਉਹ ਮਸਲ ਮਜ਼ਦੂਰ ਜਿਹੜਾ ਉਹ ਵੀ 700-800 ਰੁਪਏ ਦਿਹਾੜੀ ਲੈ ਰਿਹਾ। ਠੀਕ ਹੈ। ਤੇ ਉਹ ਬੜਾ ਲੰਮਾ ਗਾ ਇਸ ਤਰ੍ਹਾਂ ਚੱਲ ਜਾਂਦਾ ਨਾ ਕੰਮ। ਤੇ ਜੇ ਬੰਦਾ ਹੀ ਰੱਖ ਕੇ ਕਰਨਾ ਤੇ ਫਿਰ ਇਹ ਕੰਮ ਕਰਨ ਦੀ ਜ਼ਰੂਰਤ ਹੀ ਨਹੀਂ ਹੈ। ਅੱਛਾ ਜੀ, ਨਹੀਂ ਖੁਦ ਕਰੇ? ਖੁਦ ਕਰੇ। 10 ਜਾਨਵਰ ਵਾਸਤੇ ਬੰਦਾ ਰੱਖਦਾ ਤੇ ਜਾਂ ਤੇ ਉਹਨੇ ਕੋਈ 100 ਜਾਨਵਰ ਲਿਆ ਤੇ ਫਿਰ ਤਾਂ ਬੰਦਾ ਰੱਖ ਲਵੇ, ਠੀਕ ਹੈ। ਫਿਰ ਕੋਈ ਮਸਲਾ ਨਹੀਂ। ਤੇ ਜੇ ਉਹਦੇ ਕੋਲ ਹੈ ਹੀ 10 ਜਾਨਵਰ ਤੇ 10 ਵਾਸਤੇ ਉਹਨੇ 10 ਬੰਦਾ ਜਾਨਵਰ ਰੱਖੇ ਨਾ, ਕੁਛ ਵੀ ਨਾ ਕਰੇ। ਤੂੰ ਬਾਹਰ ਨਿਕਲੇ ਇੱਕ ਦਾਤਰੀ ਨਾਲ ਫੜ ਲਿਆ, ਕਿ ਤੂੰ ਦਰੇਕ ਦੇ ਪੱਤਰ ਲਾ ਲਿਆ, ਕਿ ਤੂੰ ਤੂਤ ਵੜ ਲਿਆ, ਕਿ ਤੂੰ ਕੋਈ ਵੀ ਪੱਤਾ ਲੈ ਆਵੇ, ਜਾਮ ਨੂੰ ਲੈ ਆਵੇ, ਉਹ ਇੱਕ ਪੰਡ ਚੁੱਕ ਕੇ ਲਿਆ ਕੇ ਉਹਨੂੰ ਕੋਈ ਨਹੀਂ ਮੁੱਕਦੇ ਵੀ ਬੇਰੀ ਵੜ ਲੈ, ਕਿ ਤੂੰ 100 ਜਾਂ ਦਰਖਤ ਹਰ ਇਲਾਕੇ ਵਿੱਚ ਹੀ ਹੁੰਦਾ। ਇਹ ਜੰਗਲੀ ਕਿੱਕਰ ਖਾਈ ਜਾਂਦੇ ਨੇ, ਕੋਈ ਵੀ ਡਾਂਡੀ ਵਾਲੀ ਚੀਜ਼ਾਂ ਖਾਈ ਜਾਂਦੇ ਨੇ। ਠੀਕ ਹੈ। ਉਸ ਬੰਦੇ ਨੂੰ ਜੇ ਬੰਦਾ ਹੀ ਰੱਖਣਾ 10 ਜਾਨਵਰਾਂ ਦਾ ਤੇ ਫਿਰ ਤੋਂ ਉਹਦਾ ਇਹ ਕੰਮ ਨਹੀਂ। ਅੱਛਾ ਜੀ, ਨਹੀਂ ਖੁਦ ਕਰੇ? ਬਿਲਕੁਲ। 10 ਜਾਨਵਰ ਤੇ ਇਕੱਲੇ ਬੰਦੇ ਵਾਸਤੇ ਸਵੇਰ 1 ਘੰਟਾ ਹੋਣ ਦਵੇ ਤੇ ਸ਼ਾਮੀ 1 ਘੰਟਾ ਦਵੇ, ਬਾਕੀ ਸਾਰਾ ਦਿਨ ਜੋ ਡਿਊਟੀ ਕਰਦਾ ਜੋ ਮਰਜ਼ੀ ਪਿਆ ਕਰੇ। ਠੀਕ ਹੈ। 1 ਘੰਟਾ
ਪਾਰਟ ਟਾਈਮ ਕੰਮ ਹੈ ਗੁੱਡ ਫਾਰਮਿੰਗ, ਤੁਸੀਂ ਘੰਟਾ ਸਵੇਰ ਦਵੋ ਘੰਟਾ ਸ਼ਾਮੀ ਦਵੋ। ਬਿਲਕੁਲ ਸਵੇਰ ਉਹਨਾਂ ਨੂੰ ਸਵੇਰੇ ਪਹਿਲੇ ਟਾਈਮ ਜਿਸ ਤਰ੍ਹਾਂ ਦੂਸਰੇ ਡੰਗਰਾਂ ਨੂੰ ਜ਼ਾਨਾ ਵਾਲੇ ਪਾਏ ਆ, ਜ਼ਾਨਾ ਵਾਲੇ ਤੁਸੀਂ 7 ਵਜੇ ਉੱਠਦੇ ਹੋ, ਤੁਸੀਂ 8 ਵਜੇ ਇਹਨਾਂ ਨੂੰ ਜੋ ਵੀ ਕਰਨਾ ਵੇ ਉਹਨਾਂ ਨੂੰ ਪੱਠੇ ਛੱਟੇ ਪਾਓ, ਅੱਧੇ ਘੰਟੇ ਵਿੱਚ ਘੰਟੇ 'ਚ ਉਹਨਾਂ ਖਾ ਕੇ ਉਹ ਉਹਨਾਂ ਆਰਾਮ ਨਾਲ ਬਹਿ ਰਹਿਣਾ, ਤੁਸੀਂ ਆਪਣੀ ਡਿਊਟੀ ਕਰੋ, ਜਿੱਧਰ ਵੀ ਤੁਸੀਂ ਫਿਰਨਾ ਟੁਰਨਾ ਫਿਰੋ, ਕੋਈ ਮਸਲਾ ਨਹੀਂ ਹੈ। ਸ਼ਾਮੀ ਫੇਰ ਤੁਸੀਂ ਉਹਨਾਂ ਨੂੰ 4-5 ਵਜੇ ਫੇਰ ਉਹਨਾਂ ਨੂੰ ਆ ਕੇ ਪਾਓ, ਬਾਅਦ 'ਚ ਉਹਨੂੰ ਢੱਕ ਦਿਓ, ਕੋਈ ਮਸਲਾ ਨਹੀਂ। ਉਹਨਾਂ ਨੇ ਇਹ ਨਹੀਂ ਕਿ ਇਹਨਾਂ ਦੀ ਖੁਰਾਕ ਹੈ। ਠੀਕ ਹੈ, ਚਲੋ ਸਰ ਖਰਚੇ ਦਾ ਤੁਹਾਨੂੰ ਅੰਦਾਜ਼ਾ ਹੋ ਗਿਆ, ਯਾਨੀ ਕਿ ਸਾਲ ਦਾ ਵੀ ਅਸੀਂ ਦੱਸ ਦਿੱਤਾ ਤੇ ਮਹੀਨੇ ਦਾ ਵੀ ਦੱਸ ਦਿੱਤਾ ਤੇ ਇੱਕ ਦਿਨ ਦਾ ਵੀ ਦੱਸਿਆ। ਉਹਨਾਂ ਦੱਸੋ ਜਿਹੜਾ ਜਾਨਵਰ 13-14 ਹਜ਼ਾਰ ਦਾ ਲਿਆ ਉਹਨੂੰ ਤੁਸੀਂ ਇਹ 11-12 ਮਹੀਨੇ ਕੋਲ ਰੱਖਦੇ ਹੋ, ਉਹ ਈਦ ਤੇ ਕਿੰਨੇ ਕੁ ਦਾ ਸੇਲ ਹੋਈ ਇਹਦਾ? ਮੈਂ ਭਾਈ ਜੀ ਗੱਲ ਇਹ ਦੱਸਣਾ ਤੁਹਾਨੂੰ ਕਿ ਜਿਹੜਾ ਜਾਨਵਰ ਅਸੀਂ ਲੈਂਦੇ ਆ ਨਾ 15,000 ਦਾ ਫਰਜ਼ ਕਰੋ ਜੀ, ਉਹਦੇ ਸਾਰੇ ਖਰਚ ਕੱਢ ਕੇ ਨਾ ਟੋਟਲੀ ਜੋ ਭਾਵੇਂ ਉਹ ਮਹੀਨੇ ਦਾ 5,000 ਖਾਏ ਤੇ ਭਾਵੇਂ ਉਹ 7,000 ਖਾਏ, ਸਾਰਾ ਖਰਚਾ ਕੱਢ ਕੇ ਤੂੰ ਜਾਨਵਰ ਜਿਹੜਾ ਨਾ 45 ਤੋਂ 50,000 ਰੁਪਏ ਦਾ ਜਾਏਗਾ ਜਾ ਬਿਲਕੁਲ ਠੀਕ। ਕਮ ਸੇ ਕਮ ਅਗਰ 15 ਲੈਂਦਾ ਨਾ ਤੇ ਬੰਦੇ ਨੂੰ ਕਮ ਸੇ ਕਮ 30,000 ਰੁਪਏ ਪ੍ਰਾਫਿਟ, ਸਾਰੇ ਖਰਚੇ ਕੱਢ ਕੇ। ਠੀਕ ਹੈ, ਇਹਨੂੰ 25 ਤੋਂ 30,000 ਰੁਪਏ ਪ੍ਰਾਫਿਟ ਹੈ। ਮੈਡੀਸਨ ਵੀ ਕੱਢ ਲਵੇ, ਉਹਦਾ ਖਰਚਾ ਵੀ ਕੱਢ ਲਵੇ, ਉਹਦਾ ਖਾਣ ਪੀਣ ਜੋ ਵੀ ਆ ਉਹ ਕੱਢ ਲਵੇ, ਉਹਦੀ ਜਿਹੜੀ ਮਸਲੇ ਦੇ ਇਲਾਜ ਜੋ ਇਹਨੇ ਖਰੀਦ ਉਹ ਵੀ ਕੱਢ ਲਵੇ, ਇਹਨੂੰ ਉਹ ਕਮ ਸੇ ਕਮ 25 ਤੋਂ 30,000 ਰੁਪਏ ਨੂੰ ਮਿਲੇਗਾ। ਜਿਹੜਾ ਜਾਨਵਰ 40,000 ਰੁਪਏ ਦਾ ਲਏਗਾ ਉਹ ਇਹਦਾ 60 ਤੋਂ 70,000 ਰੁਪਏ ਤੱਕ ਜਾਏਗਾ। ਉਹਦੇ ਵਿੱਚ ਉਹਦਾ 10,000 ਰੁਪਏ ਖਰਚਾ ਲਾ ਲਵੇ ਜਾਨਵਰ ਦਾ, 15 ਲਾ ਲਏ ਤਾਂ ਵੀ ਇਹਨੂੰ ਜਿਹੜਾ ਨਾ ਉਹਦੇ ਵਿੱਚ 20 ਦਾ ਇਹਨੇ ਲਿਆ, 15 ਉਹਦੇ ਉੱਤੇ ਪਾ ਲਓ, ਠੀਕ 35 ਹੋ ਗਿਆ। 35 60 70 65 70 ਦਾ ਨੂੰ ਇੱਕਦਾ ਫੇਰ ਵੀ ਉਹ ਇਹਨੂੰ ਪ੍ਰਾਫਿਟ ਹੀ ਪ੍ਰਾਫਿਟ ਹੈ, ਸਾਰੇ ਖਰਚੇ ਕੱਢ ਕੇ। ਅਗਰ ਉਹ ਆਪੀ ਮਿਹਨਤ ਕਰਦਾ ਤਾਂ ਫਿਰ ਉਹਦੇ ਕੋਈ ਮਸਲਾ ਨਹੀਂ। ਅਗਰ ਉਹਨੂੰ ਖਰਚਾ ਨਹੀਂ ਪਾਉਂਦਾ ਵੀ ਉਹਨੂੰ ਨਹੀਂ ਕੋਈ ਮਤਲਬ ਬਾਹਰ ਨਹੀਂ ਖੋਲਦਾ, ਉਹਨੂੰ ਘਰ ਹੀ ਪਾਉਂਦਾ ਤਾਂ ਵੀ ਕੋਈ ਮਸਲਾ ਨਹੀਂ। ਜੀ ਸਰ, ਮਾਸ਼ਾਅੱਲਾ ਤੁਸੀਂ ਬੜੀ ਅੱਛੀ ਗੱਲ ਦਸੀ ਏ। ਤੁਸੀਂ ਦੱਸ ਦਿੱਤਾ ਕਿ ਇੱਕ ਜਾਨਵਰ ਅਗਰ ਇੰਨਾ ਖਰਚਾ ਕਰਾਉਂਦਾ ਤੇ ਉਹ ਕਿੰਨਾ ਪ੍ਰੋਫਿਟ ਦੇ ਜਾਂਦਾ ਹੈ। ਹੁਣ ਜਿਹੜੇ ਨਾਜ਼ਰੀਨ ਵੀਡੀਓ ਵੇਖਦੇ ਨੇ ਮਾਸ਼ਾਅੱਲਾ ਉਹ ਵੀ ਸਮਝਦਾਰ ਨੇ, ਉਹ ਇੱਕ ਜਾਨਵਰ ਦੀ ਪ੍ਰੋਫਿਟ ਨੂੰ 10 ਜਾਨਵਰ ਨਾਲ ਜ਼ਰਬ ਦੇ ਲੈਣ ਤੇ ਉਹਨਾਂ ਨੂੰ ਅੰਦਾਜ਼ਾ ਵੀ ਇਹਦਾ ਖਰਚਾ ਤੁਸੀਂ ਦੱਸ ਦਿੱਤਾ ਹੈ। ਖਰਚਾ ਹੀ ਉਹ ਕਾਊਂਟ ਕੀਤਾ ਹੈ ਕਿ ਅਗਰ ਤੁਸੀਂ ਘਰ ਰਹਿ ਕੇ ਪਾਲਦੇ ਹੋ। ਮੈਂ ਹੁਣ ਜਾਨਵਰ ਲੈਣੇ ਨਾ ਤੇ ਮੈਂ ਕੋਸ਼ਿਸ਼ ਕਰਨੀ ਹੈ ਕਿ ਮੈਂ 18 19 17 18 19 ਦੇ ਹਜ਼ਾਰ ਦੇ ਏੜ ਚ ਮੈਂ ਜਾਨਵਰ ਲੈਣਾ। ਕਮ ਸੇ ਕਮ ਉਸ ਜਾਨਵਰ ਦਾ ਵਜ਼ਨ 20 ਕਿਲੋ ਹੋਣਾ ਹੈ। ਜਿਹੜਾ ਮੈਂ ਜਾਨਵਰ ਲੈਣਾ ਨਾ 1000 ਰੁਪਏ ਕਿਲੋ ਤੋਂ ਗੋਸ਼ਤ ਚੱਲਦਾ ਪਿਆ ਇਸ ਟਾਈਮ ਸਾਡੇ ਇਲਾਕੇ 'ਚ 1000 1200 ਰੁਪਏ ਵੀ ਚੱਲਦਾ ਪਿਆ। ਮੈਂ ਕੋਸ਼ਿਸ਼ ਕਰਨੀ ਕਿ ਜ਼ਿੰਦਾ ਜਾਨਵਰ 20 ਕਿਲੋ ਇਸ ਟਾਈਮ ਹੈ। ਅਗਰ ਉਹ 20 ਕਿਲੋ ਹੈ ਤਾਂ ਮੈਨੂੰ 20,000 ਦਾ ਮਿਲ ਜਾਂਦਾ, 18 ਦਾ ਮਿਲ ਜਾਂਦਾ, 16 ਦਾ ਮਿਲ ਜਾਂਦਾ, ਉਹ ਮੈਂ ਉਹ ਲੈ ਲੈਣਾ, ਮੈਨੂੰ ਉਹਦੇ 'ਚ ਕੋਈ ਪਰੇਸ਼ਾਨੀ ਨਹੀਂ। ਕਿਉਂਕਿ ਜੋ 20 ਹੋਣਾ ਹੈ ਤੇ ਮੈਂ ਇਤਾ ਕਰੂੰ ਜਿਹੜਾ ਨਾ ਉਹਨੂੰ ਮੈਂ ਮਾਣ ਉੱਤੇ ਲਾਈ ਜਾਣਾ। ਠੀਕ ਹੈ, ਜਦੋਂ ਉਹਦੇ ਮਾਣ ਹੋਣਾ ਤੇ ਗਾਹਕ ਨੇ ਉਹਨੂੰ ਆ ਕੇ ਵੇਖਣਾ ਤੇ ਗਾਹਕ ਨੇ ਹੱਸ ਕੇ ਆਖਣਾ ਯਾਰ 50 55 ਲੈਣੇ। ਇਹ ਚੀਜ਼ ਨੂੰ ਮਿਹਨਤ ਕਰਨੀ ਪੈਂਦੀ ਹੈ, ਲੇਕਿਨ ਏਡੀ ਕੋਈ ਮਿਹਨਤ ਵੀ ਜ਼ਰੂਰੀ ਨਹੀਂ ਹੈ ਵੀ ਆਲ ਪਾਰਿਆ ਬੰਦੇ ਦੀ ਜਾਨ ਤੇ ਬਣ ਗਈ ਹੈ। ਜਾਨਵਰ ਦੇਖੋ ਇੱਕ ਬੱਚਾ ਹੈ, ਉਹ ਮਤਲਬ ਉਹਨੇ ਵਧਣੇ ਹੀ ਵਧਣੇ। ਬਿਲਕੁਲ, ਉਹਨੂੰ ਅਗਰ ਤੁਸੀਂ ਉਹਦੀ ਸੇਵਾ ਕਰੋ ਤੇ ਮੋਟਾ ਤਗੜਾ ਹੋ ਜਾਵੇ, ਤੇ ਅਗਰ ਨਹੀਂ ਕਰੋ ਤੇ ਉਹਨੇ ਆਪਣੇ ਹਿਸਾਬ ਨਾਲ ਉਹਦੇ ਅੱਲਾਹ ਪਾਕ ਨੇ ਉਹਨੂੰ ਜਿਸ ਤਰ੍ਹਾਂ ਵਧਾਉਣਾ ਹੈ ਉਹਨੇ ਵਧਣਾ ਵੇ, ਉਹਨੇ ਘਟਣਾ ਨਹੀਂ। ਉਹਦੀ ਜ਼ਿੰਦਗੀ ਹੈ ਤੇ ਉਹਨੇ ਉਹ ਜਾਣਾ ਅੱਗੇ। ਇਸੇ ਤਰ੍ਹਾਂ ਇਹ ਜਾਨਵਰ ਹੈ, ਇਨਸਾਨ ਹੈ, ਬੱਚੇ ਨੇ, ਉਹਨਾਂ ਦਾ ਵੀ ਇਹ ਹਿਸਾਬ ਹੈ। ਬੱਚੇ ਵੇਖਦੇ ਜਿਹੜੇ ਉਹੋ ਜਿਹੇ ਲੋਕ ਨੇ ਜ਼ਰਾ ਖੰਘ ਲੱਗੇ ਤੇ ਡਾਕਟਰ ਕੋਲ ਆਏ, ਤੇ ਜਿਹੜੇ ਮਾੜੇ ਲੋਕ ਨੂੰ ਐਂ ਜੀ ਪੇ ਫਿਰਦੇ ਨੇ ਨੰਗੀ ਪੈਰੀ ਹੋਈ ਪੇ ਕਮੀਜ਼ ਪਾਈਏ, ਸਲਵਾਰ ਨਹੀਂ ਸਲਵਾਰ ਪਾਈਏ। ਅੱਲਾਹ ਪਾਕ ਉਹਨਾਂ ਨੂੰ ਵੀ ਦਿਨ ਇੱਕ ਟਾਈਮ ਆਉਂਦਾ ਅੱਗੋਂ ਸਾਰੇ ਲੋਕਾਂ ਨੂੰ ਤਗੜੇ ਹੋਏ ਹੁੰਦੇ ਨੇ। ਠੀਕ, ਕੋਈ ਮਸਲਾ ਨਹੀਂ। ਅੱਛਾ ਲਿਆ ਕਿ ਸਭ ਆਖਰੀ ਗੱਲ ਪੁੱਛਾਂ ਤਾਂ ਮਾਸ਼ਾਅੱਲਾ ਤੁਸੀਂ 10 ਜਾਨਵਰਾਂ ਦੀ ਫਿਜ਼ੀਬਿਲਿਟੀ ਰਿਪੋਰਟ ਤਿਆਰ ਕਰ ਦਿੱਤੀ ਹੈ। ਇਹ ਦੱਸੋ ਕਿ ਜਿਹੜੇ ਤੁਸੀਂ ਬੱਕਰੇ ਈਦ ਵਾਸਤੇ ਪਾਲਣੇ ਨੇ ਉਹ ਕਿਹੜੀ ਨਸਲ ਦੇ ਸਭ ਤੋਂ ਅੱਛੇ ਰਹਿੰਦੇ, ਯਾਨੀ ਕਿ ਜਿਹੜੇ ਤੁਹਾਨੂੰ ਜ਼ਿਆਦਾ ਮੁਨਾਫਾ ਦੇਣਦੇ? ਦੇਖੋ ਜੀ ਤੁਹਾਨੂੰ ਦੱਸਿਆ ਕੋਸ ਇਲਾਕੇ ਦੇ ਵਿੱਚ ਸਿਰਫ ਮੱਖੀ ਜੀ ਨਾਲ ਜਾਨਵਰ ਹੈ। 100 ਮੰਡੀ ਦੇ ਵਿੱਚ ਜਾਨਵਰ ਆਇਆ ਤੇ 100 ਦੇ ਵਿੱਚ ਇੱਕ ਜਾਨਵਰ ਵੀ ਬਦਰੰਗਾ ਨਜ਼ਰ ਨਹੀਂ ਆਏਗਾ। ਉਸ ਇਲਾਕੇ 'ਚ ਨਸਲ ਹੀ ਹੈ ਵੀ ਉਹਦੇ ਵਿੱਚ ਜੇ ਉੱਥੋਂ ਕੋਈ ਵੀ ਜਾਨਵਰ ਲੈ ਲਿਆ ਅਸਾਂ ਵੇਖਣਾ ਕਿ ਸਾਨੂੰ ਸਸਤਾ ਕਿਹੜਾ ਲੱਭਦਾ। ਅਸਾਂ ਇਹ ਨਹੀਂ ਵੇਖਣਾ ਕਿ ਮੋਟਾ ਹੈ ਤੇ ਅਸਾਂ ਵੇਖਣਾ ਕਿ ਸਸਤਾ ਜਿਹੜਾ ਸਾਡੀ ਰੇਂਜ 'ਚ ਦਾ ਅਸਾਂ ਉਹ ਲੈਣਾ। ਉਹਦੇ ਵਿੱਚ ਤੁਹਾਨੂੰ ਦੱਸੀ ਨਾ ਗੱਲ ਕਿ ਉਸ ਇਲਾਕੇ ਦੇ ਵਿੱਚ ਜਾਨਵਰ ਹਰ ਨਸਲ ਦਾ ਜਾਨਵਰ ਹੈ। ਲੇਕਿਨ ਮੱਖੀ ਜੀ ਦਾ ਜਾਨਵਰ ਪੂਰੇ ਪੰਜਾਬ 'ਚ ਨਹੀਂ ਪੂਰੇ ਪਾਕਿਸਤਾਨ ਸਭ ਤੋਂ ਟਾਪ ਦਾ ਜਾਨਵਰ ਹੈ। ਇਹ ਉਸ ਇਲਾਕੇ ਵਿੱਚ ਬਾਵਲਪੁਰ ਚਿਸ਼ਤੀਆਂ ਦੇ ਵਿੱਚ ਜਿੰਨੀਆਂ ਮੰਡੀਆਂ 5 ਮੰਡੀਆਂ ਲੱਗਦੀਆਂ ਉਸ ਇਲਾਕੇ 'ਚ ਹਰ ਰੋਜ਼ ਮੰਡੀ ਹੈ। ਜੁਮਾ ਹਫਤਾ ਇਤਵਾਰ ਸਵਾਰ ਮੰਗਲ ਬੁੱਧ ਮਤਲਬ ਲਗਾਤਾਰ ਰੋਜ਼ ਮੰਡੀਆਂ ਤੇ ਨੇੜੇ ਨੇ। ਅੱਜ ਇੱਥੇ ਵੇ ਕੱਲ ਦੂਜੇ ਸ਼ਹਿਰ ਦੇ ਨੇੜੇ ਸ਼ਹਿਰਾਂ ਵਿੱਚ ਨਹੀਂ ਅਨਕਰੀਬ 2-3 ਕਿਲੋਮੀਟਰ ਉਹ ਕਿਸੇ ਮੰਡੀ 'ਚ ਮਾਲ ਪਾ ਲਵੋ ਇਨਸ਼ਾਅੱਲਾ ਉਹ ਸਾਡੇ ਇਲਾਕੇ ਜਾ ਕੇ ਮਾਲ ਕਿਸੇ ਵੀ ਇਲਾਕੇ ਜਾਏ ਉਹ ਮਾਲ ਖੁੱਲਦਾ ਹੈ।
ਮੇਰਾ ਇੱਕ ਦੋਸਤ ਉਹਨੂੰ ਮੈਂ ਉਹ ਮਾਲ ਲਿਆ ਕੇ ਤਾਂ ਫੈਸਲਾਬਾਦ ਉਹਨੇ ਖੜਿਆ, ਮੈਂ ਪਿੱਛੇ ਗਿਆ ਵਾ, ਉਹ 1.5 ਮਹੀਨਾ ਹੋ ਗਿਆ। ਠੀਕ ਹੈ, ਥਾਣੇ ਫਲੋਰ ਵਾਲੀ ਸਾਈਡ ਦੇ ਮੁੰਡਾ ਮੇਰਾ ਵੇਲੀ, ਉਹਨੂੰ ਮੈਂ ਲੈ ਕੇ ਦੇ ਜਾਨਵਰ, ਮੈਂ ਉਹਦੇ ਨਾਲ ਗਿਆ, ਕੋ ਮੈਂ ਰਹਿ ਗਿਆ 10-15 ਦਿਨ ਉਸ ਲਾ ਕੇ। ਇਨਸ਼ਾਅੱਲਾ ਮਾਲ ਠੀਕ ਹੈ। ਇਹ ਸਿਰਫ ਇਹ ਕਿ ਮਿਹਨਤ ਇਨਸਾਨ ਦੀ ਜਿਹੜੀ ਹੈ ਨਾ, ਇਹ ਰੰਗ ਲਾਦੀ ਹੈ ਤੇ ਨੀਅਤ ਅੱਲਾਹ ਪਾਕ ਕਰਮ ਕਰੇ ਤੇ ਨੀਅਤ ਇਨਸਾਨ ਦੀ ਹੋਏ ਨਾ, ਤੇ ਇਹਨੂੰ ਕੀਤਾ ਜਾਏ ਪਿਆਰ ਮੁਹੱਬਤ ਇਹਦੇ ਨਾਲ ਕੀਤਾ ਜਾਏ ਤੇ ਅੱਲਾਹ ਪਾਕ ਦਾ ਸਿਲਾ ਜ਼ਰੂਰ ਦਿੰਦਾ ਹੈ। ਜੀ ਸਰ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਬੜੀ ਅੱਛੀ ਗੁਫ਼ਤਗੂ ਕੀਤੀ, ਆਪਣਾ ਕੀਮਤੀ ਵਕਤ ਦਿੱਤਾ ਹੈ। ਅੱਲਾਹ ਪਾਕ ਤੁਹਾਡੇ ਕੰਮ 'ਚ ਮਜ਼ੀਦ ਇਜ਼ਾਫਾ ਤਾ ਫਰਮਾਏ। ਆਮੀਨ, ਆਮੀਨ। ਅਗਰ ਸਾਡੇ ਨਾਜ਼ਰੀਨ ਦੀ ਫੇਰ ਫਰਮਾਇਸ਼ ਹੋਈ ਤੇ ਹੀ ਫੇਰ ਤੁਹਾਡੇ ਕੋਲ ਲਾਜ਼ਮੀ ਹਾਜ਼ਰ ਅੱਲਾਹ ਹੋਵਾਂਗੇ। ਪਾਕ ਸਭ ਤੇ ਕਰਮ ਕਰੇ ਤੇ ਸਭ ਦੇ ਉੱਤੇ ਰਹਿਮਤ ਕਰੇ, ਆਪਣੇ ਪਿਆਰੇ ਹਬੀਬ ਦਾ ਸਦਕਾ ਕਰਕੇ, ਮੌਲਾ ਪਾਇੰਦਰ ਪਾਕ ਦਾ ਸਦਕਾ ਕਰਕੇ ਹਰ ਇੱਕ ਤੇ ਕਰਮ ਕਰੇ ਮਾਲਾ। ਓਕੇ ਜੀ, ਅੱਲਾਹ ਹਾਫਿਜ਼। ਤੌਬੇਦਾਰ।